ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਕੈਨੇਡੀਅਨ ਸਾਥ ਦੇ ਨਾਲ। ਮੈਂ ਹਾਂ ਸ਼ੀਤਲ ਠਾਕੁਰ, ਹਾਜ਼ਰ ਹੋਈਆਂ ਲੈ ਕੇ ਖਬਰਾਂ ਦਾ ਬੁਲੇਟਿਨ। ਆਓ ਫਿਰ ਸ਼ੁਰੂਆਤ ਕਰਦੇ ਹਾਂ ਇਹਨਾਂ ਚੋਣਵੀਆਂ ਖਬਰਾਂ ਤੋਂ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਲਗਵਾਈ ਕਰੋਨਾ ਵੈਕਸੀਨ ਦੀ ਬੂਸਟਰ ਡੋਜ਼। ਕੈਲੀਫੋਰਨੀਆ ਦੇ ਸਟੇਡੀਅਮ ਦੀ 6ਵੀਂ ਮੰਜ਼ਿਲ ਤੋਂ ਡਿੱਗ ਕੇ ਮਾਂ ਸਮੇਤ 2 ਸਾਲਾ ਬੱਚੇ ਦੀ ਹੋਈ ਮੌਤ। ਬਾਰਡਰ ਪੈਟਰੋਲਿੰਗ ਏਜੰਟਾਂ ਨੂੰ ਨੌਕਰੀ ਜਾਣ ਦਾ ਡਰ, ਟੈਕਸਾਸ ਦੇ ਗਵਰਨਰ ਦੇ ਵੱਲੋਂ ਨਿਯੁਕਤੀ ਦਾ ਭਰੋਸਾ। ਨਵੇਂ ਬਣੇ ਐਮਪੀਜ਼ ਨੇ ਓਰੀਐਂਟੇਸ਼ਨ ਪ੍ਰੋਗਰਾਮ ਦੇ ਵਿੱਚ ਲਿਆ ਹਿੱਸਾ। ਕੈਨੇਡਾ ਦੇ ਇੱਕ ਖਾਨ ਦੇ ਵਿੱਚ ਫਸੇ 39 ਮਜ਼ਦੂਰ, ਬਚਾਅ ਕੰਮ ਜਾਰੀ। ਸਾਬਕਾ ਚੀਫ ਜਸਟਿਸ ਸ਼ਰਦ ਬੋਬੜੇ ਦੀ ਮਾਂ ਦਾ ਹੋਇਆ ਦੇਹਾਂਤ। ਭਾਰਤ ਦੇ ਵਿੱਚ 201 ਦਿਨਾਂ ਤੋਂ ਬਾਅਦ ਕਰੋਨਾ ਦੇ 20,000 ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ। ਨਿਜ਼ਾਮ ਬਦਲਦੇ ਹੀ ਪੰਜਾਬ ਪੁਲਿਸ ਦੇ ਵਿੱਚ ਜਲਦ ਵੱਡੇ ਪੱਧਰ ਤੇ ਤਬਾਦਲਿਆਂ ਦੀ ਚਰਚਾ। ਪੀਐਮ ਮੋਦੀ ਦੀ ਯੂਐਸਏ ਤੋਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਸ੍ਰੀ ਸਾਹਿਬ ਲਿਆਉਣ ਦੀ ਤਸਵੀਰ ਹੋਈ ਵਾਇਰਲ। ਜਿਸ ਮੰਜੀ ਤੇ ਬੈਠੇ ਮੁੱਖ ਮੰਤਰੀ ਚੰਨੀ, ਉਸੇ ਤੇ ਡੀਐਸਪੀ ਰੋਮਾਣਾ ਪੈਰ ਰੱਖ ਕੇ ਖੜੇ ਰਹੇ। ਪ੍ਰਧਾਨ ਮੰਤਰੀ ਮੋਦੀ ਦਾ ਟਵੀਟ, ਕਿਹਾ ਹਰ ਭਾਰਤੀ ਦੇ ਦਿਲ ਦੇ ਵਿੱਚ ਵਸਦੇ ਨੇ ਭਗਤ ਸਿੰਘ। ਨਿਜ਼ਾਮ ਬਦਲਦੇ ਹੀ ਪੰਜਾਬ ਪੁਲਿਸ ਦੇ ਵਿੱਚ ਜਲਦ ਵੱਡੇ ਪੱਧਰ ਤੇ ਤਬਾਦਲਿਆਂ ਦੀ ਚਰਚਾ। ਰਾਕੇਸ਼ ਟਿਕੈਤ ਨੇ ਮੁੱਖ ਮੰਤਰੀ ਚੰਨੀ ਨੂੰ ਟਵੀਟ ਯਾਦ ਕਰਾਏ, ਕੈਪਟਨ ਦੇ ਵੱਲੋਂ ਕੀਤੇ ਵਾਅਦੇ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਵਿੱਚ ਕੋਵਿਡ-19 ਦੇ ਖਿਲਾਫ ਬੂਸਟਰ ਡੋਜ਼ ਲਗਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਲੜੀ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਰੋਨਾ ਵੈਕਸੀਨ ਦੀ ਬੂਸਟਰ ਡੋਜ਼ ਲਗਵਾਈ ਹੈ। ਅੱਜ ਉਹਨਾਂ ਨੇ ਫਾਈਜ਼ਰ ਵੈਕਸੀਨ ਦੀ ਬੂਸਟਰ ਡੋਜ਼ ਲਈ। ਜ਼ਿਕਰਯੋਗ ਹੈ ਕਿ ਇਸ ਸਮੇਂ ਪੂਰੀ ਦੁਨੀਆ ਦੇ ਲਈ ਕਰੋਨਾ ਦਾ ਐਪੀਸੈਂਟਰ ਰਿਹਾ ਅਮਰੀਕਾ ਹੁਣ ਟੀਕਾਕਰਨ ਤੇ ਖਾਸ ਧਿਆਨ ਦੇ ਰਿਹਾ ਹੈ। ਉਸ ਦਾ ਧਿਆਨ ਉਸ ਬੂਸਟਰ ਡੋਜ਼ ਤੇ ਵੀ ਹੈ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਕਰੋਨਾ ਦੇ ਖਿਲਾਫ ਜ਼ਿਆਦਾ ਕਾਰਗਰ ਸਾਬਤ ਹੋ ਸਕਦੀ ਹੈ। ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਿੱਚ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਫਾਈਜ਼ਰ ਵੈਕਸੀਨ ਦੀ ਬੂਸਟਰ ਡੋਜ਼ ਦਿੱਤੀ ਜਾ ਚੁੱਕੀ ਹੈ। ਕੁਝ ਸਮਾਂ ਪਹਿਲਾਂ ਹੀ ਫੈਡਰਲ ਰੈਗੂਲੇਟਰ ਨੇ ਇਸ ਦਾ ਪ੍ਰਸਤਾਵ ਰੱਖਿਆ ਸੀ। ਇਸੇ ਕਾਰਨ ਰਾਸ਼ਟਰਪਤੀ ਜੋ ਬਾਈਡਨ ਨੂੰ ਫਾਈਜ਼ਰ ਦੀ ਬੂਸਟਰ ਡੋਜ਼ ਦਿੱਤੀ ਗਈ। ਉਹਨਾਂ ਦੀ ਉਮਰ 78 ਸਾਲ ਹੈ। ਬੂਸਟਰ ਡੋਜ਼ ਲਗਵਾਉਣ ਤੋਂ ਪਹਿਲਾਂ ਬਾਈਡਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਜਾਵੇ। ਉਹਨਾਂ ਨੇ ਇਸ ਦੀ ਵੀ ਜਾਣਕਾਰੀ ਦਿੱਤੀ ਹੈ ਕਿ ਪਹਿਲੀ ਅਤੇ ਦੂਜੀ ਡੋਜ਼ ਲੱਗਣ ਤੋਂ ਬਾਅਦ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੋਇਆ। ਉਂਝ ਰਾਸ਼ਟਰਪਤੀ ਬਾਈਡਨ ਨੇ ਦੱਸਿਆ ਹੈ ਕਿ ਉਹਨਾਂ ਦੀ ਪਤਨੀ ਅਤੇ ਅਮਰੀਕਾ ਦੀ ਫਰਸਟ ਲੇਡੀ ਜਿਲ ਬਾਈਡਨ ਨੂੰ ਵੀ ਬੂਸਟਰ ਡੋਜ਼ ਦਿੱਤੀ ਜਾਵੇਗੀ। ਅਮਰੀਕਾ ਦੇ ਵਿੱਚ ਹਾਲੇ ਵੀ ਫਾਈਜ਼ਰ ਅਤੇ ਮੋਡਰਨਾ ਦੋ ਅਜਿਹੀਆਂ ਵੈਕਸੀਨਾਂ ਨੇ ਜਿਨ੍ਹਾਂ ਦੀ ਵਰਤੋਂ ਪ੍ਰਮੁੱਖਤਾ ਦੇ ਨਾਲ ਹੋ ਰਹੀ ਹੈ। ਇਹਨਾਂ ਦੇ ਵਿੱਚੋਂ ਬੂਸਟਰ ਡੋਜ਼ ਦੀ ਮਨਜ਼ੂਰੀ ਸਿਰਫ ਫਾਈਜ਼ਰ ਨੂੰ ਮਿਲੀ ਹੈ। ਮੋਡਰਨਾ ਨੂੰ ਲੈ ਕੇ ਹਾਲੇ ਹੋਰ ਡਾਟਾ ਇੰਤਜ਼ਾਰ ਦੇ ਵਿੱਚ ਹੈ। ਇਸੇ ਕਾਰਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਬੂਸਟਰ ਡੋਜ਼ ਲੱਗੇਗੀ ਜਾਂ ਨਹੀਂ, ਇਹ ਹਾਲੇ ਸਪਸ਼ਟ ਨਹੀਂ ਹੈ। ਉਹਨਾਂ ਨੇ ਮੋਡਰਨਾ ਦੀ ਕਰੋਨਾ ਵੈਕਸੀਨ ਲਗਵਾਈ ਸੀ। ਉਧਰ ਕੈਲੀਫੋਰਨੀਆ ਦੇ ਸੈਨ ਡਿਏਗੋ ਦੇ ਵਿੱਚ ਸਥਿਤ ਇੱਕ ਬੇਸਬਾਲ ਸਟੇਡੀਅਮ ਦੀ ਤਕਰੀਬਨ 6ਵੀਂ ਮੰਜ਼ਿਲ ਤੋਂ ਡਿੱਗ ਕੇ ਸ਼ਨੀਵਾਰ ਨੂੰ ਇੱਕ ਔਰਤ ਅਤੇ ਉਸਦੇ 2 ਸਾਲ ਦੇ ਬੇਟੇ ਦੀ ਮੌਤ ਹੋ ਗਈ ਅਤੇ ਪੁਲਿਸ ਦੇ ਅਨੁਸਾਰ ਇਹ ਘਟਨਾ ਸ਼ੱਕੀ ਵੀ ਮੰਨੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਪੈਟਕੋ ਪਾਰਕ ਸਟੇਡੀਅਮ ਦੇ ਵਿੱਚ ਸ਼ਾਮ 4:15 ਵਜੇ ਇੱਕ ਬੇਸਬਾਲ ਮੈਚ ਤੋਂ ਪਹਿਲਾਂ ਇੱਕ 40 ਸਾਲਾ ਮਾਂ ਆਪਣੇ ਬੱਚੇ ਦੇ ਸਮੇਤ ਦੁਪਹਿਰ 3:50 ਤੇ ਕਰੀਬ ਸਟੇਡੀਅਮ ਦੀ ਡਾਈਨਿੰਗ ਕਨਸੋਰਸ ਮੰਜ਼ਿਲ ਤੋਂ ਡਿੱਗ ਪਈ। ਮੌਕੇ ਦੇ ਗਵਾਹ ਕੁਝ ਲੋਕਾਂ ਦੇ ਅਨੁਸਾਰ ਇੰਜ ਵੀ ਲੱਗਿਆ ਕਿ ਜਿਵੇਂ ਛੋਟਾ ਬੱਚਾ ਪਹਿਲਾਂ ਡਿੱਗਿਆ ਹੋਵੇ ਜਾਂ ਫਿਰ ਉਸ ਨੂੰ ਫੜਨ ਦੀ ਕੋਸ਼ਿਸ਼ ਦੇ ਵਿੱਚ ਡਿੱਗੀ ਹੋਵੇ। ਇਸ ਹਾਦਸੇ ਤੋਂ ਬਾਅਦ ਐਮਰਜੈਂਸੀ ਰਿਸਪੌਂਸਰਸ ਨੇ ਘਟਨਾ ਸਥਾਨ ਤੇ ਮ੍ਰਿਤਕ ਐਲਾਨੇ ਜਾਣ ਤੋਂ ਪਹਿਲਾਂ 20 ਮਿੰਟਾਂ ਦੇ ਲਈ ਦੋਵੇਂ ਪੀੜਤਾਂ ਨੂੰ ਮੁੱਢਲੀ ਸਹਾਇਤਾ ਦਿੱਤੀ। ਪੁਲਿਸ ਦੁਆਰਾ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਵਿਭਾਗ ਨੇ ਮੌਤਾਂ ਨੂੰ ਸ਼ੱਕੀ ਦੱਸਿਆ ਅਤੇ ਜਾਂਚ ਦੇ ਹਿੱਸੇ ਦੇ ਵਜੋਂ ਖੇਤਰ ਨੂੰ ਬੰਦ ਕਰ ਦਿੱਤਾ ਸੀ। ਅਮਰੀਕਾ ਦੀ ਸਟੇਟ ਟੈਕਸਾਸ ਦੇ ਵਿੱਚ ਪਿਛਲੇ ਦਿਨੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਸਰਹੱਦ ਪਾਰ ਕਰਕੇ ਇੱਕ ਪੁਲ ਹੇਠਾਂ ਇਕੱਠੇ ਹੋ ਗਏ। ਬਾਈਡਨ ਪ੍ਰਸ਼ਾਸਨ ਦੇ ਵੱਲੋਂ ਇਸ ਸਮੱਸਿਆ ਦੇ ਲਈ ਕੁਝ ਹੱਦ ਤੱਕ ਬਾਰਡਰ ਪੈਟਰੋਲ ਏਜੰਟਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸ ਸੰਬੰਧੀ ਪੈਟਰੋਲ ਏਜੰਟਾਂ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਨ੍ਹਾਂ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਏਜੰਟਾਂ ਨੇ ਆਪਣੇ ਘੋੜਿਆਂ ਦੀਆਂ ਲਗਾਮਾਂ ਦੀ ਵਰਤੋਂ ਪ੍ਰਵਾਸੀਆਂ ਨੂੰ ਰੋਕਣ ਦੇ ਲਈ ਘੋੜਿਆਂ ਦੇ ਰੂਪ ਦੇ ਵਿੱਚ ਕੀਤੀ ਹੈ। ਇਸ ਲਈ ਕਿ ਪੈਟਰੋਲ ਏਜੰਟਾਂ ਨੂੰ ਬਾਈਡਨ ਦੇ ਦੁਆਰਾ ਸ਼ੁੱਕਰਵਾਰ ਨੂੰ ਦਿੱਤੀਆਂ ਟਿੱਪਣੀਆਂ ਤੋਂ ਬਾਅਦ ਆਪਣੀ ਨੌਕਰੀ ਖੁੱਸਣ ਦਾ ਵੀ ਡਰ ਹੈ। ਪਰ ਇਸ ਮਾਮਲੇ ਦੇ ਵਿੱਚ ਬੋਲਦਿਆਂ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਕਿਹਾ ਹੈ ਕਿ ਉਹਨਾਂ ਦਾ ਸੂਬਾ ਕਿਸੇ ਵੀ ਬਾਰਡਰ ਪੈਟਰੋਲਿੰਗ ਏਜੰਟਾਂ ਨੂੰ ਨੌਕਰੀ ਤੇ ਰੱਖੇਗਾ ਜਿਨ੍ਹਾਂ ਨੂੰ ਰਾਸ਼ਟਰਪਤੀ ਬਾਈਡਨ ਦੇ ਦੁਆਰਾ ਬਰਖਾਸਤ ਕੀਤੇ ਜਾਣ ਦਾ ਵੀ ਡਰ ਹੈ। ਇਸ ਰਿਪਬਲਿਕਨ ਗਵਰਨਰ ਨੇ ਕਿਹਾ ਕਿ ਉਹ ਟੈਕਸਾਸ ਦੀ ਸਰਹੱਦ ਨੂੰ ਸੁਰੱਖਿਅਤ ਕਰਨ ਦੇ ਲਈ ਸਹਾਇਤਾ ਦੇ ਲਈ ਇਹਨਾਂ ਏਜੰਟਾਂ ਨੂੰ ਨਿਯੁਕਤ ਵੀ ਕਰੇਗਾ। ਟੈਕਸਾਸ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੱਧ ਰਹੀ ਆਮਦ ਦੇ ਲਈ ਐਬੋਟ ਨੇ ਬਾਈਡਨ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਵੀ ਦੱਸਿਆ। ਉਧਰ ਸੋਮਵਾਰ ਨੂੰ ਹਾਊਸ ਆਫ ਕਾਮਨਸ ਨੇ ਓਰੀਐਂਟੇਸ਼ਨ ਪ੍ਰੋਗਰਾਮ ਦੇ ਮੁੱਢਲੇ ਪੜਾਅ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਨਵੇਂ ਚੁਣੇ ਗਏ ਐਮਪੀਜ਼ ਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਉਹਨਾਂ ਦੀਆਂ ਭੂਮਿਕਾਵਾਂ ਕੀ ਹੋਣਗੀਆਂ। ਹਾਊਸ ਆਫ ਕਾਮਨਸ ਦੇ ਲਈ ਚੁਣੇ ਗਏ 52 ਨਵੇਂ ਮੈਂਬਰਾਂ ਦੇ ਵਿੱਚੋਂ 10 ਸੋਮਵਾਰ ਨੂੰ ਜਾਣ ਪਛਾਣ ਵਾਲੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਪਾਰਲੀਮੈਂਟ ਹਿੱਲ ਪਹੁੰਚੇ। ਇੱਥੇ ਉਹਨਾਂ ਨੇ ਆਪਣੇ ਜ਼ਰੂਰੀ ਕਾਗਜ਼ਾਤ ਭਰੇ, ਆਪਣੀਆਂ ਸਰਕਾਰੀ ਡਿਵਾਈਸਿਸ ਕਾਇਮ ਕੀਤੀਆਂ ਅਤੇ ਇਹ ਸਮਝਿਆ ਕਿ ਉਹਨਾਂ ਦੇ ਕੰਮਕਾਜ ਦਾ ਕਿਹੜੀਆਂ ਗੱਲਾਂ ਹਿੱਸਾ ਲੈਣਗੀਆਂ।
ਪਹਿਲੀ ਵਾਰ ਮਹਾਮਾਰੀ ਦੇ ਕਾਰਨ ਇਹ ਓਰੀਐਂਟੇਸ਼ਨ ਪ੍ਰੋਗਰਾਮ ਵਰਚੁਅਲੀ ਵੀ ਹੋਇਆ ਅਤੇ ਇਨ ਪਰਸਨ ਵੀ ਹੋਇਆ। ਹੁਣ ਤੱਕ ਰਜਿਸਟਰ ਕੀਤੇ 42 ਐਮਪੀਜ਼ ਦੇ ਵਿੱਚੋਂ ਸਿਰਫ 6 ਨੇ ਇਸ ਪ੍ਰੋਗਰਾਮ ਦੇ ਵਿੱਚ ਆਨਲਾਈਨ ਹਿੱਸਾ ਲੈਣ ਦਾ ਫੈਸਲਾ ਕੀਤਾ। ਪਹਿਲੇ ਦਿਨ ਐਮਪੀਜ਼ ਨੇ ਵੈਸਟ ਬਲਾਕ ਦਾ ਦੌਰਾ ਕੀਤਾ ਤੇ ਵਾਈਟ ਹਾਊਸ ਕਾਮਨਸ ਦਾ ਚੈਂਬਰ ਵੇਖਿਆ। ਓਰੀਐਂਟੇਸ਼ਨ ਦੇ ਦੂਜੇ ਦਿਨ ਇਹਨਾਂ ਐਮਪੀਜ਼ ਨੂੰ ਉਹਨਾਂ ਦੀਆਂ ਮੈਨੇਜਰੀਅਲ ਡਿਊਟੀਆਂ ਦੱਸੀਆਂ ਜਾਣਗੀਆਂ। ਇਸ ਤੋਂ ਇਲਾਵਾ ਹਾਊਸ ਆਫ ਕਾਮਨਸ ਦੇ ਵਿੱਚ ਕੰਮ ਵਾਲੀ ਥਾਂ ਉੱਤੇ ਤੰਗ ਪਰੇਸ਼ਾਨ ਕੀਤੇ ਜਾਣ ਤੇ ਹਿੰਸਾ ਦੀ ਰੋਕਥਾਮ ਬਾਰੇ ਟ੍ਰੇਨਿੰਗ ਸੈਸ਼ਨ ਵੀ ਕਰੇਗਾ। ਉਧਰ ਕੈਨੇਡਾ ਦੇ ਉੱਤਰੀ ਓਨਟਾਰੀਓ ਦੇ ਵਿੱਚ 24 ਘੰਟਿਆਂ ਦੇ ਵੱਧ ਸਮੇਂ ਤੋਂ ਫਸੇ 39 ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਸੋਮਵਾਰ ਨੂੰ ਵੀ ਜਾਰੀ ਰਿਹਾ। ਅਸਲ ਦੇ ਵਿੱਚ ਖਾਨ ਦੇ ਵਿੱਚ ਤਕਨੀਕੀ ਕਾਰਨਾਂ ਦੇ ਕਰਕੇ ਇਸ ਦੇ ਪ੍ਰਵੇਸ਼ ਦੁਆਰ ਨੂੰ ਬੰਦ ਕਰ ਦਿੱਤਾ ਗਿਆ ਸੀ। ਮਾਈਨਿੰਗ ਕੰਪਨੀ ਵੈਲ ਨੇ ਕਿਹਾ ਕਿ ਬਚਾਵ ਟੀਮਾਂ ਓਨਟਾਰੀਓ ਦੇ ਸਡਬਰੀ ਤੋਂ 900 ਮੀਟਰ ਤੇ 1200 ਮੀਟਰ ਪੱਛਮ ਦੇ ਵਿਚਕਾਰ ਸਥਿਤ ਟੋਟੇਨ ਖਾਨ ਦੇ ਮਜ਼ਦੂਰਾਂ ਤੱਕ ਪਹੁੰਚ ਗਈਆਂ। ਉਹਨਾਂ ਦੇ ਵਿੱਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ। ਵੈਲ ਦੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਅੱਜ ਰਾਤ ਤੱਕ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਖਾਨ ਦੇ ਵਿੱਚ ਫਸੇ 39 ਦੇ ਵਿੱਚੋਂ 30 ਕਰਮੀਆਂ ਦੀ ਨੁਮਾਇੰਦਗੀ ਕਰਨ ਵਾਲੇ ਯੂਨੀਅਨ ਯੂਨਾਈਟਿਡ ਸਟੀਲ ਵਰਕਰਸ ਨੇ ਵੀ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਸਾਰੇ ਸੁਰੱਖਿਅਤ ਬਾਹਰ ਨਿਕਲ ਆਉਣਗੇ। ਕੰਪਨੀ ਨੇ ਕਿਹਾ ਕਿ ਮਜ਼ਦੂਰਾਂ ਨੂੰ ਖਾਦ ਪਦਾਰਥ, ਪੀਣ ਵਾਲਾ ਪਾਣੀ ਅਤੇ ਦਵਾਈਆਂ ਪਹੁੰਚਾ ਦਿੱਤੀਆਂ ਗਈਆਂ ਨੇ। ਵੈਲ ਨੇ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਐਤਵਾਰ ਨੂੰ ਖਾਨ ਦੇ ਅੰਦਰ ਭੇਜੀ ਜਾ ਰਹੀ ਇੱਕ ਸਕੂਪ ਬਾਲਟੀ ਵੱਖਰੀ ਹੋ ਗਈ ਅਤੇ ਉਸ ਕਾਰਨ ਖਾਨ ਦੇ ਪ੍ਰਵੇਸ਼ ਦੁਆਰ ਨੂੰ ਬੰਦ ਕਰ ਦਿੱਤਾ ਗਿਆ, ਜਿਸ ਦੇ ਨਾਲ ਮਜ਼ਦੂਰ ਅੰਦਰ ਫਸ ਗਏ। ਓਨਟਾਰੀਓ ਦੇ ਮੁਖੀ ਡਗ ਫੋਰਡ ਨੇ ਕਿਹਾ ਕਿ ਉਹਨਾਂ ਦੀ ਹਮਦਰਦੀ ਮਜ਼ਦੂਰਾਂ ਦੇ ਨਾਲ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਸ ਬਚਾਅ ਕਾਰਜ ਦੇ ਵਿੱਚ ਸਮਾਂ ਲੱਗੇਗਾ ਅਤੇ ਜਾਣ ਕੇ ਰਾਹਤ ਮਹਿਸੂਸ ਹੋਈ ਕਿ ਮਜ਼ਦੂਰਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਉਧਰ ਦੇਸ਼ ਦੇ ਸਾਬਕਾ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਮਾਂ ਮੁਕਤਾ ਬੋਬੜੇ ਦਾ ਮੰਗਲਵਾਰ ਯਾਨੀ ਕਿ ਅੱਜ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਦੇ ਵਿੱਚ ਦੇਹਾਂਤ ਹੋ ਗਿਆ। ਉਹਨਾਂ ਨੇ ਆਖਰੀ ਸਾਹ ਆਪਣੇ ਘਰ ਦੇ ਵਿੱਚ ਹੀ ਲਈ। ਉਹ 96 ਸਾਲ ਦੇ ਸਨ। ਸਾਬਕਾ ਚੀਫ ਜਸਟਿਸ ਦੇ ਇੱਕ ਸਹਿਯੋਗੀ ਨੇ ਦੱਸਿਆ ਹੈ ਕਿ ਮੁਕਤਾ ਬੋਬੜੇ ਦਾ ਦੇਹਾਂਤ ਤੜਕੇ 3:30 ਵਜੇ ਉਹਨਾਂ ਦੇ ਘਰ ਦੇ ਵਿੱਚ ਹੋਇਆ। ਸਹਿਯੋਗੀ ਨੇ ਦੱਸਿਆ ਕਿ ਮੁਕਤਾ ਬੋਬੜੇ ਦਾ ਅੰਤਿਮ ਸੰਸਕਾਰ ਮੰਗਲਵਾਰ ਦੁਪਹਿਰ 4 ਵਜੇ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਸਾਬਕਾ ਚੀਫ ਜਸਟਿਸ ਬੋਬੜੇ ਨਾਗਪੁਰ ਦੇ ਰਹਿਣ ਵਾਲੇ ਨੇ। ਉਹ ਨਵੰਬਰ 2019 ਦੇ ਵਿੱਚ ਚੀਫ ਜਸਟਿਸ ਬਣੇ ਸਨ। ਅਪ੍ਰੈਲ 2021 ਦੇ ਵਿੱਚ ਸੇਵਾ ਮੁਕਤ ਹੋਏ। उधर भारत के पिछले 24 घंटे दौरान कोरोना वायरस के 18,795 नवे मामले दर्ज किए गए, जो कि इन्फेक्शन के रोजाना मामलों के हिसाब के नाल 201 दिनों के सब तो घट ने। इस देश के सोमवार 1,02,22,525 लोगों को कोरोना के टीके भी लगवाए गए और हुण तक 87,07,8,636 लोगों का टीकाकरण भी किया जा चुका है। केंद्रीय सेहत मंत्रालय के जारी किए गए आंकड़ियों के अनुसार पिछले 24 घंटे कोरोना के 18,795 नवे मामलों की पुष्टि की गई सी, जिस नाल पीड़ितां दा आंकड़ा वध के 3,37,57,481 हो गया। इस दौरान 26,131 मरीजा सेहतमंद भी हो चुके ने ਅਤੇ ਹੁਣ 3,29,58,102 ਲੋਕ ਜਿਹੜੇ ਨੇ ਕੋਰੋਨਾ ਤੋਂ ਬਚ ਕੇ ਬਾਹਰ ਆ ਗਏ ਨੇ। ਸਰਗਰਮ ਮਾਮਲੇ 7,714 ਤੋਂ ਘਟ ਕੇ 2,92,206 ਹੋ ਚੁੱਕੇ ਨੇ। ਉੱਥੇ 179 ਹੋਰ ਮਰੀਜ਼ਾਂ ਦੀ ਮੌਤ ਹੋਣ ਦੇ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 4,47,373 ਹੋ ਗਿਆ। ਦੇਸ਼ ਦੇ ਵਿੱਚ ਜੇਕਰ ਰਿਕਵਰੀ ਦਰ ਦੀ ਗੱਲ ਕੀਤੀ ਜਾਵੇ ਤਾਂ ਰਿਕਵਰੀ ਦਰ ਇਸ ਵੇਲੇ 97.81 ਹੋ ਚੁੱਕੀ ਹੈ। उधर पंजाब ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰੁਖਸਤ ਹੋ ਚੁੱਕੀ ਹੈ ਤੇ ਸੂਬੇ ਦੇ ਵਿੱਚ ਹੁਣ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਹੈ। ਵਾਜਬ ਹੈ ਕਿ ਰਾਜਾ ਦੇ ਬਦਲਣ ਦੇ ਨਾਲ ਨਿਜ਼ਾਮ ਦਾ ਵੀ ਬਦਲਣਾ ਤੈਅ ਹੁੰਦਾ ਹੈ। ਇਸੇ ਲੜੀ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ ਲਗਭਗ ਇੱਕ ਹਫ਼ਤੇ ਦੇ ਅੰਦਰ ਕੁਝ ਵੱਡੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਵੀ ਤਬਾਦਲੇ ਹੋ ਚੁੱਕੇ ਨੇ। ਉੱਪਰਲੇ ਪੱਧਰ ਤੇ ਹੋਏ ਤਬਾਦਲੇ ਤੋਂ ਬਾਅਦ ਸੂਬੇ ਦੇ ਵਿੱਚ ਅਫਸਰਸ਼ਾਹੀ ਦੇ ਵਿੱਚ ਤਰਥਲੀ ਮਚੀ ਹੋਈ ਹੈ। ਪੁਰਾਣੀ ਸਰਕਾਰ ਦੇ ਵਿੱਚ ਆਪਣੇ ਔਕਾਵਾ ਦੇ ਨਾਲ ਬਿਹਤਰ ਟਿਊਨਿੰਗ ਕਾਰਨ ਕਈ ਅਫਸਰ ਮਲਾਈਦਾਰ ਪੋਸਟ ਹਾਸਲ ਕਰਨ ਦੇ ਵਿੱਚ ਸਫਲ ਰਹੇ, ਜਦੋਂ ਕਿ ਕੁਝ ਨੂੰ ਖੁੱਡੇ ਲਾਈਨ ਲੱਗੇ ਰੱਖਿਆ ਪਿਆ। ਕਹਿੰਦੇ ਨੇ ਕਿ ਸਮਾਂ ਸਭ ਦਾ ਹੁੰਦਾ ਹੈ ਤੇ ਸ਼ਾਇਦ ਇਸ ਤੋਂ ਬਿਹਤਰ ਸਮਾਂ ਇਹਨਾਂ ਲੋਕਾਂ ਦਾ ਨਹੀਂ ਹੋਵੇਗਾ ਜਿਹੜੇ ਮਹਾਰਾਜਾ ਦੇ ਨਿਜ਼ਾਮ ਦੇ ਵਿੱਚ ਨਜ਼ਰਅੰਦਾਜ਼ ਕਰ ਦਿੱਤੇ ਗਏ ਸਨ। ਹਾਲ ਹੀ ਦੇ ਵਿੱਚ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਵਿੱਚ ਪੁਲਿਸ ਕਮਿਸ਼ਨਰਾਂ ਦੇ ਤਬਾਦਲੇ ਕਰ ਦਿੱਤੇ ਗਏ। ਹਾਲਾਂਕਿ ਇਹਨਾਂ ਅਧਿਕਾਰੀਆਂ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਅਹੁਦੇ ਸੰਭਾਲੇ ਸਨ ਅਤੇ ਅਜੇ ਆਪਣੇ ਕਮਿਸ਼ਨਰੇਟ ਸਿਸਟਮ ਦੀ ਜਾਣਕਾਰੀ ਵੀ ਲੈ ਰਹੇ ਨੇ। ਉਹਨਾਂ ਦਾ ਇਸ ਵਾਰ ਫਿਰ ਤਬਾਦਲਾ ਹੋ ਗਿਆ। ਹੁਣ ਇਸ ਵਾਰ ਉੱਪਰਲੇ ਪੱਧਰ ਤੇ ਤਬਾਦਲੇ ਹੋਣ ਤੋਂ ਬਾਅਦ ਡੀਸੀਪੀ, ਐਸਐਸਪੀਏ, ਡੀਸੀਪੀਏ ਤੇ ਐਸਪੀ ਦੇ ਪੱਧਰ ਤੇ ਅਫਸਰਾਂ ਦੇ ਤਬਾਦਲੇ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ। ਇਹਨਾਂ ਤਬਾਦਲਿਆਂ ਦੇ ਦੋ ਵੱਡੇ ਕਾਰਨ ਨੇ। ਇੱਕ ਤਾਂ ਕੁਝ ਦਾ ਤਾਂ ਇੱਕ ਸ਼ਹਿਰ ਦੇ ਵਿੱਚ ਟੈਨਿਓਰ ਪੂਰਾ ਹੋ ਚੁੱਕਿਆ, ਜਦਕਿ ਦੂਜਾ ਵੱਡਾ ਕਾਰਨ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ ਅਤੇ ਆਗੂਆਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਖਾਸ ਅਫਸਰਾਂ ਨੂੰ ਪਹਿਲਾਂ ਹੀ ਆਪਣੇ ਹਿਸਾਬ ਦੇ ਨਾਲ ਤਾਇਨਾਤ ਕਰ ਲਿਆ ਜਾਵੇ। ਜਦੋਂ ਤੋਂ ਤਬਾਦਲਿਆਂ ਦੀ ਚਰਚਾ ਛਿੜੀ ਹੈ ਉਦੋਂ ਤੋਂ ਹੀ ਕਈ ਅਫਸਰ ਆਪਣੇ ਆਗੂਆਂ ਦੇ ਕੋਲ ਜਾ ਕੇ ਆਪਣੀ ਮਨਪਸੰਦ ਪੋਸਟ ਦੇ ਲਈ ਜੁਗਾੜ ਵੀ ਲਗਾ ਰਹੇ ਨੇ। ਇਹਨਾਂ ਦੇ ਵਿੱਚੋਂ ਕੁਝ ਦੀ ਗੱਲ ਸੁਣੀ ਜਾਵੇਗੀ ਪਰ ਸ਼ਾਇਦ ਕੁਝ ਫਿਰ ਨਜ਼ਰਅੰਦਾਜ਼ ਰਹਿ ਜਾਣਗੇ। ਇਹਨਾਂ ਤਬਾਦਲਿਆਂ ਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਕਮਿਸ਼ਨਰੇਟ ਪੱਧਰ ਤੇ ਅਧਿਕਾਰੀ ਅਫਸਰਾਂ ਦੀ ਟੀਮ ਦੇ ਨਾਲ ਕੰਮ ਕਰ ਚੁੱਕੇ ਨੇ, ਜਿਸ ਕਾਰਨ ਜੇਕਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਕੋਈ ਆਲਾ ਅਧਿਕਾਰੀ ਜਾਂਦਾ ਹੈ ਤਾਂ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਟੀਮ ਨੂੰ ਹੀ ਆਪਣੇ ਨਾਲ ਰੱਖੇ, ਕਿਉਂਕਿ ਟੀਮ ਦੇ ਅਫਸਰਾਂ ਦਾ ਉਹਨਾਂ ਨਾਲ ਟਿਊਨਿੰਗ ਹੁੰਦੀ ਹੈ ਅਤੇ ਉਹਨਾਂ ਨੂੰ ਨਵੇਂ ਸਿਰੇ ਤੋਂ ਟੀਮ ਬਣਾਉਣ ਦੀ ਮਿਹਨਤ ਨਹੀਂ ਕਰਨੀ ਪੈਂਦੀ। ਇਹ ਵੀ ਪਤਾ ਲੱਗਿਆ ਕਿ ਅਫਸਰਾਂ ਨੂੰ ਇੱਕ ਤਾਂ ਪੱਕਾ ਪਤਾ ਹੈ ਕਿ ਤਬਾਦਲੇ ਹੋਣੇ ਤੈਅ ਨੇ ਅਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸੂਚੀ ਜਾਰੀ ਹੋਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਦਿਆਂ ਕਈ ਅਫਸਰ ਭੱਜ ਦੌੜ ਦੇ ਵਿੱਚ ਵੀ ਲੱਗੇ ਹੋਏ ਨੇ, ਕਿਉਂਕਿ ਜੇਕਰ ਇੱਕ ਮੌਕਾ ਹੱਥੋਂ ਨਿਕਲ ਗਿਆ ਤਾਂ ਪੰਜਾਬ ਦੇ ਵਿੱਚ ਚੋਣਾਂ ਹੋਣ ਤੋਂ ਬਾਅਦ ਤੱਕ ਦੀ ਪੈਂਡਿੰਗ ਹੋ ਜਾਵੇਗਾ। ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਆਉਂਦੀ ਹੈ ਤੇ ਅਫਸਰਾਂ ਦੇ ਨਜ਼ਦੀਕੀ ਆਗੂਆਂ ਦਾ ਕੀ ਬਣਦਾ ਹੈ, ਇਹ ਸਾਫ਼ ਨਹੀਂ ਹੈ। ਤੇ ਅਜਿਹੇ ਦੇ ਵਿੱਚ ਅਫਸਰਾਂ ਦੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਹੁਣੇ ਮਨਪਸੰਦ ਦੇ ਸ਼ਹਿਰ ਦੇ ਵਿੱਚ ਆਪਣੀ ਪਸੰਦੀਦਾ ਕੁਰਸੀ ਹਾਸਲ ਕਰ ਲਈ ਜਾਏ। ਉਧਰ ਬੀਤੇ ਦਿਨ ਹੀ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ਤੇ ਗਏ, ਜਿੱਥੇ ਅਮਰੀਕਾ ਦੇ ਪ੍ਰਧਾਨ ਮੰਤਰੀ ਜੋ ਬਾਈਡਨ ਦੇ ਨਾਲ ਉਹਨਾਂ ਦੇ ਦੋਸਤੀ ਦਾ ਨਵਾਂ ਅਧਿਆਇ ਸ਼ੁਰੂ ਕਰਨ ਦੇ ਨਾਲ ਉਹਨਾਂ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਕਾਮਯਾਬੀ ਦੇ ਝੰਡੇ ਵੀ ਗੱਡੇ ਨੇ। ਜ਼ਿਕਰਯੋਗ ਹੈ ਕਿ ਇਸ ਵਾਰ ਪ੍ਰਧਾਨ ਮੰਤਰੀ ਅਮਰੀਕਾ ਤੋਂ 157 ਕਲਾਕ੍ਰਿਤੀਆਂ ਦੀ ਵਿਰਾਸਤ ਵੀ ਲੈ ਕੇ ਆਏ ਨੇ। ਸੂਤਰਾਂ ਦੇ ਹਵਾਲੇ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕਲਾਕ੍ਰਿਤੀਆਂ ਸਮਗਲਿੰਗ ਅਤੇ ਚੋਰੀ ਜ਼ਰੀਏ ਅਮਰੀਕਾ ਪਹੁੰਚੀਆਂ ਸਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸੰਸਕ੍ਰਿਤਿਕ ਵਸਤੂਆਂ ਦੀ ਨਾਜਾਇਜ਼ ਕਾਰੋਬਾਰ, ਚੋਰੀ ਅਤੇ ਸਮਗਲਿੰਗ ਦੇ ਨਾਲ ਨਜਿੱਠਣ ਦੇ ਲਈ ਯਤਨਾਂ ਨੂੰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਰੀ ਸਾਹਿਬ ਬਾਰੇ ਕਿਹਾ ਜਾ ਰਿਹਾ ਹੈ ਕਿ ਜੋ ਸਿਰੀ ਸਾਹਿਬ ਪ੍ਰਧਾਨ ਮੰਤਰੀ ਇਹਨਾਂ ਦੁਰਲਭ ਕਲਾਕ੍ਰਿਤੀਆਂ ਦੇ ਨਾਲ ਲੈ ਕੇ ਆਏ ਨੇ, ਉਸ ਤੇ ਫਾਰਸੀ ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਂ ਉਕਰਿਆ। ਪਾਠਕਾਂ ਦੇ ਧਿਆਨ ਦੇ ਵਿੱਚ ਇਹ ਵੀ ਲਿਆਉਣਾ ਚਾਹੁੰਦੇ ਹਾਂ ਕਿ ਇਹ ਸਿਰੀ ਸਾਹਿਬ ਤੇ 18ਵੀਂ ਸਦੀ ਉਕਰੀ ਹੋਈ ਹੈ, ਜਦਕਿ ਇਤਿਹਾਸਕਾਰਾਂ ਦੇ ਮੁਤਾਬਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1644 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਗਏ ਸਨ। ਇਸ ਲਈ ਇਸ ਬਾਰੇ ਖੋਜਕਾਰਾਂ ਨੂੰ ਆਪਣੇ ਤਜਰਬੇ ਦੇ ਆਧਾਰ ਤੇ ਪੂਰੀ ਪੜਤਾਲ ਦੇ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚ ਕੇ ਸਾਬਤ ਕਰਨਾ ਚਾਹੀਦਾ ਹੈ ਕਿ ਇਹ ਸਿਰੀ ਸਾਹਿਬ ਵਾਕਿਆ ਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ। ਜੇਕਰ ਹੈ ਤਾਂ ਇਹ ਗੁਰੂ ਘਰ ਦੇ ਵਿੱਚ ਹੀ ਸੁਸ਼ੋਭਿਤ ਹੋਣੀ ਚਾਹੀਦੀ ਹੈ। ਇਸ ਬਾਰੇ ਜਦ ਟੈਲੀਫੋਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਨੋਟਿਸ ਦੇ ਵਿੱਚ ਹਾਲੇ ਤੱਕ ਕੋਈ ਵੀ ਅਜਿਹੀ ਗੱਲ ਨਹੀਂ ਆਈ ਹੈ। ਮੈਂ ਇੱਕ ਜ਼ਿੰਮੇਵਾਰ ਅਹੁਦੇ ਤੇ ਤਾਇਨਾਤ ਹਾਂ ਤੇ ਬਿਨਾਂ ਕਿਸੇ ਸਬੂਤ ਦੇ ਜਾਂ ਫਿਰ ਬਿਨਾਂ ਖੋਜ ਦੇ ਮੈਂ ਕੁਝ ਨਹੀਂ ਕਹਿ ਸਕਦੀ। ਉਧਰ ਸ਼ਹਿਰ ਦੇ ਡੀਐਸਪੀ ਨੇ ਐਤਵਾਰ ਨੂੰ ਮੰਡੀ ਕਲਾਂ ਦੇ ਵਿੱਚ ਪ੍ਰੋਟੋਕਾਲ ਦੀਆਂ ਖੂਬ ਧੱਜੀਆਂ ਉਡਾਈਆਂ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕਿਸਾਨ ਦੇ ਘਰ ਦੇ ਵਿੱਚ ਮੁੱਖ ਮੰਤਰੀ ਮੰਜੀ ਉੱਤੇ ਬੈਠ ਕੇ ਨਸ਼ੇ ਦੇ ਖਿਲਾਫ ਆਦੇਸ਼ ਦੇ ਰਹੇ ਸਨ। ਉਦੋਂ ਉਹਨਾਂ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਡੀਐਸਪੀ ਸਿਟੀ 1 ਗੁਰਜੀਤ ਸਿੰਘ ਰੋਮਾਣਾ ਉਸੇ ਮੰਜੀ ਉੱਤੇ ਪੈਰ ਰੱਖ ਕੇ ਮੁੱਖ ਮੰਤਰੀ ਦੇ ਪਿੱਛੇ ਖੜੇ ਹੋਏ ਸਨ। ਇਸ ਸੰਬੰਧੀ ਵੀਡੀਓ ਅਤੇ ਫੋਟੋਜ਼ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀਆਂ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਤਵਾਰ ਨੂੰ ਜ਼ਿਲ੍ਹੇ ਦੇ ਵਿੱਚ ਕਪਾਹ ਦੀ ਖਰਾਬ ਫਸਲ ਦਾ ਜਾਇਜ਼ਾ ਲੈਣ ਗਏ ਸਨ। ਇਸ ਤੋਂ ਬਾਅਦ ਉਹ ਪਿੰਡ ਮੰਡੀ ਕਲਾਂ ਪੁੱਜੇ, ਜਿੱਥੇ ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਦੇ ਵਿੱਚ ਜਾਨ ਗਵਾਉਣ ਵਾਲੇ ਖੇਤ ਮਜ਼ਦੂਰ ਸੁਖਪਾਲ ਸਿੰਘ ਦੇ ਵੱਡੇ ਭਰਾ ਨੱਥਾ ਸਿੰਘ ਨੂੰ ਵੀ ਨਿਯੁਕਤੀ ਪੱਤਰ ਦਿੱਤਾ। ਉਹਨਾਂ ਨੇ ਅਫਸਰਾਂ ਨੂੰ ਉਸ ਦਾ ਘਰ ਬਣਾਉਣ ਦੇ ਵਿੱਚ ਜ਼ਰੂਰੀ ਮਦਦ ਵੀ ਦੇਣ ਨੂੰ ਕਿਹਾ। ਇਸ ਦੌਰਾਨ ਜਦੋਂ ਕੁਝ ਪਿੰਡ ਵਾਲਿਆਂ ਨੇ ਪਿੰਡ ਦੇ ਵਿੱਚ ਨਸ਼ਾ ਸ਼ਰੇਆਮ ਵਿਕਣ ਸੰਬੰਧੀ ਮੁੱਖ ਮੰਤਰੀ ਨੂੰ ਦੱਸਿਆ ਤਾਂ ਮੁੱਖ ਮੰਤਰੀ ਮੰਜੇ ਉੱਤੇ ਬੈਠ ਕੇ ਮੌਕੇ ਦੇ ਉੱਤੇ ਤਾਇਨਾਤ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦੇ ਰਹੇ ਸਨ। ਇਸ ਦੌਰਾਨ ਵੇਖਿਆ ਗਿਆ ਕਿ ਮੁੱਖ ਮੰਤਰੀ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਮੁੱਖ ਮੰਤਰੀ ਦੇ ਬਿਲਕੁਲ ਪਿੱਛੇ ਪੈਰ ਰੱਖ ਕੇ ਸਟਾਈਲ ਦੇ ਵਿੱਚ ਖੜੇ ਹੋਏ ਸਨ। ਜ਼ਿਆਦਾ ਲੋਕਾਂ ਦੇ ਬੈਠਣ ਦੇ ਕਾਰਨ ਮੰਜੀ ਇੱਕ ਪਾਸੇ ਤੋਂ ਉੱਪਰ ਉੱਠ ਗਈ ਸੀ। ਇਸ ਦੇ ਲਈ ਪੈਰ ਰੱਖਿਆ ਡੀਐਸਪੀ। ਇਸ ਬਾਰੇ ਡੀਐਸਪੀ ਦੀ ਗੁਰਜੀਤ ਰੋਮਾਣਾ ਨੇ ਕਿਹਾ ਕਿ ਮੰਜੀ ਉੱਤੇ ਜ਼ਿਆਦਾ ਲੋਕਾਂ ਦੇ ਬੈਠ ਜਾਣ ਦੇ ਕਾਰਨ ਮੰਜੀ ਇੱਕ ਪਾਸੇ ਉੱਠ ਗਈ ਸੀ, ਜਿਸ ਕਾਰਨ ਉਹਨਾਂ ਨੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਮੰਜੀ ਦੇ ਉੱਤੇ ਪੈਰ ਰੱਖਿਆ ਸੀ। ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਮੰਗਲਵਾਰ ਦੇ ਦਿਨ ਸ਼ਹੀਦ ਭਗਤ ਸਿੰਘ ਦੀ ਜਯੰਤੀ ਦੇ ਮੌਕੇ ਉਹਨਾਂ ਦੇ ਮਹਾਨ ਆਦਰਸ਼ਾਂ ਨੂੰ ਉਹਨਾਂ ਨੇ ਯਾਦ ਕੀਤਾ ਅਤੇ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ। ਮੋਦੀ ਨੇ ਟਵੀਟ ਕਰਕੇ ਕਿਹਾ ਕਿ ਆਜ਼ਾਦੀ ਦੇ ਮਹਾਨ ਸੈਨਾਨੀ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਦੀ ਜਨਮ ਜਯੰਤੀ ਤੇ ਸ਼ਰਧਾਪੂਰਵਕ ਸ਼ਰਧਾਂਜਲੀ। ਵੀਰ ਭਗਤ ਸਿੰਘ ਹਰ ਭਾਰਤੀ ਦੇ ਦਿਲ ਦੇ ਵਿੱਚ ਵਸਦੇ ਨੇ। ਉਹਨਾਂ ਦੀ ਕੁਰਬਾਨੀ ਨੇ ਅਣਗਿਣਤ ਲੋਕਾਂ ਦੇ ਵਿੱਚ ਦੇਸ਼ ਭਗਤੀ ਦੀ ਚੰਗਿਆੜੀ ਨੂੰ ਜਗਾਇਆ। ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਦੀ ਜਯੰਤੀ ਤੇ ਉਹਨਾਂ ਨੂੰ ਨਮਨ ਕਰਦਾ ਹਾਂ ਤੇ ਉਹਨਾਂ ਦੇ ਮਹਾਨ ਆਦਰਸ਼ਾਂ ਨੂੰ ਵੀ ਯਾਦ ਕਰਦਾ ਹਾਂ। ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪੰਜਾਬ ਦੇ ਲਾਲਪੁਰ ਜ਼ਿਲ੍ਹੇ ਦੇ ਬੰਗਾ ਪਿੰਡ ਦੇ ਵਿੱਚ ਹੋਇਆ ਸੀ। ਸ਼ਹੀਦ ਭਗਤ ਸਿੰਘ ਨੂੰ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਦੋਸ਼ ਦੇ ਵਿੱਚ ਸ਼ਹੀਦ ਰਾਜਗੁਰੂ ਦੇ ਸ਼ਹੀਦ ਸੁਖਦੇਵ ਸਮੇਤ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਸੀ। ਭਗਤ ਸਿੰਘ ਸਿਰਫ 23 ਸਾਲ ਦੇ ਸਨ ਜਦੋਂ ਅੰਗਰੇਜ਼ੀ ਹਕੂਮਤ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਉਧਰ ਭਾਰਤ ਦੇ ਵਿੱਚ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਕੈਤ ਨੇ ਟਵੀਟ ਕਰਕੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤੇ ਵਾਅਦੇ ਯਾਦ ਕਰਵਾਏ ਨੇ। ਉਹਨਾਂ ਨੇ ਟਵੀਟ ਕਰਦਿਆਂ ਹੋਇਆਂ ਕਿਹਾ ਕਿ ਨਵੀਂ ਸਰਕਾਰ ਤੋਂ ਉਮੀਦ ਹੈ ਕਿ ਹੁਣ ਸਾਰੇ ਕਿਸਾਨਾਂ ਦਾ ਪੂਰਾ ਕਰਜ਼ ਮਾਫ ਕਰੇਗੀ। ਕਾਂਗਰਸ ਅਤੇ ਕੈਪਟਨ ਦਾ ਵਾਅਦਾ ਤਾਂ ਨਵੇਂ ਮੁੱਖ ਮੰਤਰੀ ਨੂੰ ਯਾਦ ਹੀ ਹੋਵੇਗਾ। ਤਾਂ ਅੰਦਾਜ਼ਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਅੰਦੋਲਨ ਦੇ 10 ਮਹੀਨੇ ਪੂਰੇ ਹੋਣ ਤੇ 27 ਸਤੰਬਰ ਯਾਨੀ ਕਿ ਸੋਮਵਾਰ ਨੂੰ ਕਿਸਾਨ ਵਿਰੋਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਖਿਲਾਫ ਭਾਰਤ ਬੰਦ ਬੁਲਾਇਆ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸੇ ਖਾਸ ਰੂਪ ਤੋਂ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਕਿਸਾਨ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਲਗਾਤਾਰ ਮੰਗ ਕਰ ਰਹੇ ਨੇ। ਕਿਸਾਨਾਂ ਨੂੰ ਡਰ ਹੈ ਕਿ ਇਸ ਦੇ ਨਾਲ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਸਿਸਟਮ ਖਤਮ ਹੋ ਜਾਵੇਗਾ। ਹਾਲਾਂਕਿ ਸਰਕਾਰ ਇਹਨਾਂ ਕਾਨੂੰਨਾਂ ਨੂੰ ਖੇਤੀ ਸੁਧਾਰਾਂ ਦੇ ਰੂਪ ਦੇ ਵਿੱਚ ਪੇਸ਼ ਕਰ ਰਹੀ ਹੈ। ਦੋਹਾਂ ਪੱਖਾਂ ਦੇ ਵਿਚਾਲੇ ਗਹਿਰੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ।